कि यू आर लुकिंग वेरी ब्यूटीफुल ਤੈਨੂੰ ਵੇਖ ਕੇ ਕਿਸੇ ਨੂੰ ਵੀ ਪਿਆਰ ਹੋ ਜਾਏ। ਪਤਾ ਨਹੀਂ ਲਗਾ ਸਕਦੀ ਉਹਦਾ ਫੋਨ ਨਹੀਂ ਚੱਕਦੀ, ਮੈਂ ਉਹਨੂੰ ਬਹੁਤ ਪਿਆਰ ਮਾਰ ਜਾਂਦਾ ਸੀਗਾ, ਕਦੀ ਇਸ ਤਰ੍ਹਾਂ ਇਸ਼ਾਰਾ ਕਰਦਾ ਮੈਨੂੰ ਕਹੀ ਹੈ ਜਿਹਦੇ ਕਰਕੇ ਮੈਂ ਸੈੱਟ ਤੇ ਮੇਰੀ ਇਹਨਾਂ ਨਾਲ ਲੜਾਈ ਕਮਰੇ 'ਚ ਬੁਲਾ ਰਹੀ ਹੈ। ਮੈਂ ਪੁਲਿਸ ਕੋ ਫੋਨ ਕਰ ਰਹੀ ਹਾਂ, ਲੇਕਿਨ ਸੱਚ ਤੋਂ ਵੱਡਾ ਤੁਹਾਡਾ ਕੋਈ ਦੋਸਤ ਨਹੀਂ ਹੁੰਦਾ। ਸੱਚ ਤੋਂ ਵੱਡਾ। ਸਤਿ ਸ਼੍ਰੀ ਅਕਾਲ ਪੰਜਾਬੀਓ, ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਵੈਬ ਟੀਵੀ ਦੇ ਨਾਲ। ਖੁਸ਼ੀ ਰਾਜਪੂਤ ਸਾਡੇ ਨਾਲ ਅੱਜ ਇੱਕ ਅਜਿਹੀ ਪੰਜਾਬ ਦੀ ਧੀ ਜਿਹਨੇ ਇੱਕ ਫਿਲਮ ਲਾਈਨ ਦੇ ਵਿੱਚ ਆਪਣਾ ਕੈਰੀਅਰ ਨੂੰ ਦਾਅ 'ਤੇ ਲਾ ਕੇ ਆਵਾਜ਼ ਚੁੱਕਣ ਦੀ ਗੁਸਤਾਖੀ ਕੀਤੀ ਆ। ਸਭ ਤੋਂ ਪਹਿਲਾਂ ਖੁਸ਼ੀ, ਤੁਹਾਡਾ ਸਵਾਗਤ ਹੈ ਪੰਜਾਬੀ ਵੈਬ ਟੀਵੀ 'ਤੇ। ਥੈਂਕ ਯੂ। ਸਤਿ ਸ਼੍ਰੀ ਅਕਾਲ। ਖੁਸ਼ੀ, ਬਹੁਤ ਅਪਸੈਟ ਲੱਗ ਰਹੇ ਹੋ, ਕੀ ਹੋਇਆ ਪਹਿਲਾਂ ਪੂਰੀ ਗੱਲ ਦੱਸੋ। ਅਪਸੈਟ ਤਾਂ ਮੈਂ ਹੈ ਹੀ ਹਾਂ, ਕਿਉਂਕਿ ਇੰਨੀ ਮਿਹਨਤ ਤੋਂ ਬਾਅਦ ਆਪਣੇ ਬਲਬੁੱਤੇ 'ਤੇ ਇੱਕ ਸ਼ੋਅ ਮਿਲਿਆ ਲੀਡ 'ਚ, ਜ਼ੀ ਪੰਜਾਬੀ ਦਾ ਸੱਸੇ ਨਹੀਂ ਸੱਸੇ ਤੋਂ ਖੁਸ਼ੀਆਂ 'ਚ ਵਸੇ। ਉਹ ਕਿਸੇ ਦੀ ਬੇਵਕੂਫੀ ਕਰਕੇ ਮੇਰੇ ਹੱਥੋਂ ਚਲਾ ਗਿਆ। ਮੈਂ ਇਸ ਚੀਜ਼ ਦਾ ਮੈਨੂੰ ਦੁੱਖ ਹੈ, ਲੇਕਿਨ ਉਸ ਤੋਂ ਵੱਡੀ ਖੁਸ਼ੀ ਇਹ ਹੈ ਕਿ ਮੈਂ ਗਲਤ ਹਰਕਤ ਦੇ ਪਿੱਛੇ ਆਵਾਜ਼ ਉਠਾਈ। ਮੈਨੂੰ ਆਪਣੇ ਆਪ 'ਤੇ ਮੈਨੂੰ ਪ੍ਰਾਊਡ ਵੀ ਹੈ ਕਿ ਮੈਂ ਗਲਤ ਚੀਜ਼ ਬਰਦਾਸ਼ਤ ਕਰਕੇ ਇੱਕ ਸ਼ੋਅ ਦਾ ਹਿੱਸਾ ਬਣੀ ਰਹਿਣ ਦੀ ਬਜਾਏ ਮੈਂ ਉੱਥੋਂ ਐਗਜ਼ਿਟ ਕੀਤਾ। ਇਹਨਾਂ ਨੇ ਜੋ ਵੀ ਗੇਮ ਖੇਲੀ ਮੈਨੂੰ ਸ਼ੋਅ 'ਚੋਂ ਆਊਟ ਕੀਤਾ, ਅੱਛੀ ਗੱਲ ਹੈ। ਕਿਸੇ ਦੇ ਅੰਡਰ ਦੱਬ ਕੇ ਕੰਮ ਕਰਨ ਨਾਲੋਂ ਹੈ ਤੁਸੀਂ ਆਪਣੀ ਇੱਕ ਕਹਿੰਦੇ ਨਾ ਕਿ ਸੀਨਾ ਤਾਣ ਕੇ ਤੁਸੀਂ ਵਿਹਲੇ ਬਹਿ ਲਓ, ਉਹ ਜ਼ਿਆਦਾ ਬੈਟਰ ਚੀਜ਼ ਹੈ। ਹੋਇਆ ਇਹ ਹਰ ਗੱਲ ਇੱਦਾਂ ਹੋਈ ਸੀਗੀ ਕਿ ਮੈਨੂੰ ਇਸ ਪ੍ਰੋਡਕਸ਼ਨ ਹਾਊਸ ਨੇ ਇਟਰਨਲ ਫਲੇਮ, ਜਿਹਦੇ ਮਾਲਿਕ ਨੇ ਰਾਜ ਸ਼ੈਟੀ, ਦਾਮਿਨੀ ਸ਼ੈਟੀ, ਇਹ ਬੰਬੇ 'ਚ ਇਹਨਾਂ ਦਾ ਪ੍ਰੋਡਕਸ਼ਨ ਹਾਊਸ ਹੈ। ਪਹਿਲੇ ਇਹਨਾਂ ਦਾ ਪ੍ਰੋਡਕਸ਼ਨ ਹਾਊਸ ਦਾ ਨਾਮ ਸੀ ਮਿਸਟਿਕ, ਜੋ ਕਿ ਮੁੰਬਈ ਤੋਂ ਬੈਨ ਹੈ। ਇਹਨਾਂ ਨੇ ਫਿਰ ਨਵਾਂ ਪ੍ਰੋਡਕਸ਼ਨ ਹਾਊਸ ਆਪਣਾ ਲਾਂਚ ਕੀਤਾ ਜਿਹਦਾ ਨਾਮ ਹੈ ਇਟਰਨਲ ਫਲੇਮ, ਜਿਹਦੇ ਬੈਨਰ ਹੇਠ ਇਹ ਸੀਰੀਅਲ ਬਣਨ ਜਾ ਰਿਹਾ ਸੀ ਸੱਸੇ ਨਹੀਂ ਸੱਸੇ ਤੋਂ ਖੁਸ਼ੀਆਂ 'ਚ ਵਸੇ। ਇਹਨਾਂ ਨੇ ਦਸੰਬਰ 'ਚ ਮੈਨੂੰ ਇੱਥੇ ਬੁਲਾ ਲਿਆ ਇਹ ਕਹਿ ਕੇ ਕਿ ਅਸੀਂ 12 ਜਾਂ 13 ਤਾਰੀਖ ਤੋਂ ਸ਼ੂਟ ਸਟਾਰਟ ਕਰ ਰਹੇ ਹਾਂ। ਸ਼ੂਟ ਇਹਨਾਂ ਦਾ ਸਟਾਰਟ ਹੋਇਆ 4 ਮਾਰਚ। ਇਨ ਬਿਟਵੀਨ ਇਹਨਾਂ ਨੇ ਮੈਨੂੰ ਕਿਤੇ ਹੋਰ ਸ਼ੂਟਿੰਗ ਨਹੀਂ ਕਰਨ ਦਿੱਤੀ, ਨਾ ਹੀ ਮੈਂ ਆਬਜੈਕਸ਼ਨ ਕੀਤਾ, ਕਿਉਂਕਿ ਇਹਨਾਂ ਦਾ ਦੂਸਰਾ ਸ਼ੋਅ ਡਾਇਰੈਕਟ ਕਰ ਰਹੇ ਸੀ ਮੇਰੇ ਹਸਬੈਂਡ ਸੁਰਿੰਦਰ ਝਾ, ਖਸਮਾਂ ਨੂੰ ਖਾਣੇ ਡਾਇਰੈਕਟ ਕਰ ਰਹੇ ਸੀ। ਕਿਤੇ ਨਾ ਕਿਤੇ ਮੈਂ ਵੀ ਚੁੱਪ ਰਹੀ ਕਿ ਚਲੋ ਥੋੜ੍ਹਾ ਟਾਈਮ ਲੱਗਦਾ ਚੀਜ਼ਾਂ ਨੂੰ, ਆਫਟਰ ਲੋਕਡਾਊਨ ਚੀਜ਼ਾਂ ਹੋ ਰਹੀਆਂ ਨੇ, ਕੋਈ ਗੱਲ ਨਹੀਂ, ਇਟ ਵਿਲ ਟੇਕ ਟਾਈਮ, ਮੈਂ ਮੈਨੇਜ ਕਰਾਂਗੀ। ਸ਼ੂਟਿੰਗ ਸਟਾਰਟ ਹੁੰਦੀ ਹੈ, ਉਸ ਤੋਂ ਪਹਿਲਾਂ ਸਾਡੀ ਵਰਕਸ਼ਾਪਸ ਲੱਗਦੀਆਂ ਨੇ, ਪ੍ਰੋਮੋ ਸ਼ੂਟ ਹੁੰਦਾ ਹੈ। ਜਿਹੜਾ ਸੂਰਜ ਸ਼ਰਮਾ ਮੇਰਾ ਕੋ ਐਕਟਰ ਹੈ, ਉਹ ਮੈਨੂੰ ਪ੍ਰੋਮੋ ਵਾਲੇ ਦਿਨ ਕਹਿ ਰਿਹਾ, ਇੱਕ ਮੇਰਾ ਬ੍ਰਾਈਡਲ ਲੁੱਕ ਸੀਗਾ, ਠੀਕ ਹੈ, ਬ੍ਰਾਈਡਲ 'ਚ ਕੋਈ ਵੀ ਮਾੜੀ ਤੋਂ ਮਾੜੀ ਕੁੜੀ ਵੀ ਬਹੁਤ ਸੋਹਣੀ ਲੱਗਦੀ ਹੈ, ਚਲੋ ਮੈਂ ਤਾਂ ਮਾੜੀ ਹਾਂ। ਬ੍ਰਾਈਡਲ ਲੁੱਕ 'ਚ ਉਹਨੂੰ ਪਤਾ ਨਹੀਂ ਕੀ ਉਹਦੀ ਦਿਮਾਗ 'ਚ ਉਹਦੀ ਫੈਂਟੇਸੀ ਹੋ ਗਈ, ਕੀ ਆ ਰੱਬ ਜਾਣੇ, ਮੈਂ ਨਹੀਂ ਜਾਣਦੀ। ਕਹਿ ਰਿਹਾ ਕਿ ਯੂ ਆਰ ਲੁਕਿੰਗ ਵੈਰੀ ਬਿਊਟੀਫੁਲ, ਤੈਨੂੰ ਵੇਖ ਕੇ ਕਿਸੇ ਨੂੰ ਵੀ ਪਿਆਰ ਹੋ ਜਾਏ। ਠੀਕ ਹੈ, ਆਈ ਸੈਡ ਥੈਂਕ ਯੂ। ਕੋਈ ਵੀ ਕੁੜੀ ਇਸ ਤਰ੍ਹਾਂ ਹੀ ਕਹੇਗੀ ਨਾ ਕਿ ਚਲੋ ਥੈਂਕ ਯੂ, ਹੁਣ ਮੈਂ ਕਿ ਇਸ ਤੋਂ ਬਾਅਦ ਮੈਂ ਥੱਪੜ ਤਾਂ ਨਹੀਂ ਲਗਾ ਸਕਦੀ ਉਹਦੇ ਮੂੰਹ 'ਤੇ। ਲੇਕਿਨ ਜਦੋਂ ਵਰਕਸ਼ਾਪ ਸਟਾਰਟ ਹੋਈਆਂ, ਸ਼ੂਟ ਸਟਾਰਟ ਹੋਇਆ ਨਾ, ਇਹਦੇ ਜੈਸਚਰਸ ਕੁਝ ਅਜੀਬ ਹੀ ਹੋ ਗਏ ਕਿ ਜਿਸ ਤਰ੍ਹਾਂ ਪਰਸਨਲ ਪ੍ਰੋਪਰਟੀ ਆ, ਮੈਂ ਤੇਰੀ ਰੀਅਲ ਵਾਈਫ ਹਾਂ, ਰੀਅਲ ਵਾਈਫ ਨਹੀਂ ਆ। ਇਹਨੇ ਮੇਰੇ ਕੋ ਐਕਟਰਸ ਨੂੰ ਜਾਂ ਟੀਮ ਦੇ 1-2 ਬੰਦਿਆਂ ਨੂੰ ਹੋਰ ਵੀ ਮੈਸੇजेस ਕੀਤੇ ਕਿ ਉਹ ਮੇਰਾ ਫ਼ੋਨ ਨਹੀਂ ਚੱਕਦੀ, ਮੈਂ ਉਹਨੂੰ ਬਹੁਤ ਪਿਆਰ ਕਰਦਾ ਵਾਂ, ਮੈਂ ਉਹਨੂੰ ਮਿਸ ਕਰ ਰਿਹਾ, ਉਹਨੂੰ ਕਹ ਮੇਰਾ ਫ਼ੋਨ ਚੱਕੇ। ਮੈਂ ਤਾਂ ਫ਼ੋਨ ਚੱਕਣੇ ਬੰਦ ਕਰਤੇ ਸੀਗੇ, ਬਿਕੋਜ਼ ਮੈਂ ਕੰਫਰਟੇਬਲ ਹੀ ਨਹੀਂ ਸੀਗੀ। ਇਹਨੇ 4-5 ਦਿਨਾਂ 'ਚ ਹੀ ਆਪਣਾ ਰੰਗ ਦਿਖਾ ਦਿੱਤਾ, ਕਦੀ ਅੱਖ ਮਾਰ ਜਾਂਦਾ ਸੀਗਾ, ਕਦੀ ਇਸ ਤਰ੍ਹਾਂ ਇਸ਼ਾਰਾ ਕਰ ਦੇਣਾ। ਇੱਦਾਂ ਦੀਆਂ ਬਚਕਾਨੀਆਂ ਹਰਕਤਾਂ ਇਹਨੇ ਕੀਤੀਆਂ, ਜਿਹਦੀ ਕੰਪਲੇਂਟ ਮੈਂ ਆਪਣੇ ਡਾਇਰੈਕਟਰ ਨੂੰ ਕੀਤੀ। ਇੱਕ ਦਿਨ ਇਹਨੇ ਬਹੁਤ ਹੀ ਅਸ਼ਲੀਲ ਗੱਲ ਮੈਨੂੰ ਕਹੀ ਹੈ, ਜਿਹਦੇ ਕਰਕੇ ਮੈਂ ਸੈੱਟ 'ਤੇ ਮੇਰੀ ਇਹਦੇ ਨਾਲ ਲੜਾਈ ਹੋਈ ਹੈ। ਮੈਂ ਆਪਣੀ ਡਾਇਰੈਕਟਰ ਨੂੰ ਇਸ ਬਾਰੇ ਕੰਪਲੇਂਟ ਵੀ ਕੀਤੀ ਕਿ ਮੈਡਮ, ਹੁਣ ਮੈਂ ਪਹਿਲਾਂ ਵੀ ਤੁਹਾਨੂੰ 2-3 ਵਾਰੀ ਦੱਸ ਚੁੱਕੀ ਹਾਂ, ਇਹ ਬੰਦਾ ਇੱਦਾਂ ਦੇ ਜੈਸਚਰ ਕਰਦਾ, ਮੈਨੂੰ ਬਿਲਕੁਲ ਪਸੰਦ ਨਹੀਂ ਆ, ਮੈਂ ਕੰਫਰਟੇਬਲ ਨਹੀਂ ਹਾਂ। ਦੇਖੋ, ਜੇ ਮੈਂ ਇੰਟਰਸਟਿਡ ਹਾਂ, ਮੇਰੀ ਰਜ਼ਾਮੰਦੀ ਹੈ ਤਾਂ ਕੋਈ ਰੋਕ ਨਹੀਂ ਸਕਦਾ, ਮੇਰੀ ਪਰਸਨਲ ਲਾਈਫ ਹੈ। ਜਦ ਮੈਂ ਤੈਨੂੰ ਪਸੰਦ ਹੀ ਨਹੀਂ ਕਰ ਰਹੀ, ਮੈਨੂੰ ਤੇਰੇ ਨਾਲ ਇਹ ਹਰਕਤਾਂ, ਮੈਂ ਕੰਫਰਟੇਬਲ ਨਹੀਂ ਹਾਂ। मैं अपने डायरेक्टर को दस चुकी हाँ, वो भी वो कह रही है इट्स ओके, तुम मुंबई से आई हो, क्या हो गया, ये तो चीज़ें होती हैं, तुम्हें करना पड़ेगा, नहीं तो रिप्लेस कर देंगे, ये सब चीज़ें होती हैं, मैनेज करना सीखो। इन्होंने बाद जी ध्रुव है साडा क्रिएटिव डायरैक्टर, इन्हें कहना भी है कि तुहानू मैडम अपने कमरे 'ਚ बुला रही है, तेरे को और इसको विक्रांत, ये करैक्टर का नाम से विक्रांत सूरज का। आई सैड सॉरी, मैं किसी के कमरे 'ਚ नहीं, जो जे इन्होंने कुछ काम है तो मेरे नाल ऑन सैट गल करो। ਤੁਸੀਂ ਆਪਣੇ ਕਮਰੇ 'ਚ, ਮੈਨੂੰ ਪਤਾ ਤੁਸੀਂ ਗਾਂਜੇ ਫੂਕਣੇ ਆ, ਦਾਰੂਆਂ ਪੀਣੀਆਂ, ਪਾਰਟੀਆਂ ਕਰਨੀਆਂ, ਮੈਂ ਉਹ ਸਭ ਨਹੀਂ ਕਰ ਸਕਦੀ। ਪੈਕਅਪ ਤੋਂ ਬਾਅਦ ਮੈਂ ਆਪਣੇ ਘਰ ਹੀ ਜਾਣਾ ਹੈ। ਸੋ ਡਾਇਰੈਕਟਰ ਨੇ ਮੇਰੀ ਗੱਲ ਨਹੀਂ ਸੁਣੀ। ਜਦੋਂ ਮੈਂ ਆਪਣੇ ਪ੍ਰੋਡਿਊਸਰ ਰਾਜ ਸ਼ੈਟੀ ਨੂੰ, ਦਾਮਿਨੀ ਸ਼ੈਟੀ ਨੂੰ ਮੈਸੇਜ ਕੀਤਾ ਕਿ ਮੈਮ ਆਈ ਵਾਂਟ ਟੂ ਟਾਕ ਟੂ ਯੂ, ਇਟਸ ਵੈਰੀ ਅਰਜੈਂਟ, ਆਈ ਐਮ ਇਨ ਪ੍ਰੋਬਲਮ, ਪਲੀਜ਼ ਟਾਕ ਟੂ ਮੀ, ਮੇਰਾ ਫ਼ੋਨ ਚੱਕੋ। ਇਹਨਾਂ ਨੇ ਮੇਰਾ ਫ਼ੋਨ ਹੀ ਨਹੀਂ ਚੱਕਿਆ, ਨਾ ਰਾਜ ਸ਼ੈਟੀ ਨੇ ਨਾ ਦਾਮਿਨੀ ਸ਼ੈਟੀ ਨੇ। उस दिन मेरी डायरेक्टर ने मैंने इन्ना मेंटली प्रेशराइज किया कमरे 'ਚ बिठा के कि सुन लो मेरी बात, तुम ये जितना इसे फुदकती हो ना, 1 मिनट नहीं लगेगा तुम्हें रिप्लेस करने में। मेरा दिल इन्ना तक कर रहा, सिगरेट पी रही है, मैं पैनिक हो रही हाँ, क्योंकि मैं ब्रोंकाइटिस का मैनू इशू है, तो मैं ना मेरा दम घुटन लग गया। मैं कहा मैम प्लीज़ तुसीं तां सिगरेट बुझा के मेरे नाल गल करो, मैनू प्रॉब्लम हो रही है।
मेरी तबीयत ख़राब हो रही है, तुम्हें रिप्लेस कर देंगे, तुम बहुत ज़्यादा आवाज़ उठाती हो, फिर क्या अगर उसने कुछ ऐसा बोल दिया, उसकी फीलिंग्स हैं, तुम ऐसे रिएक्ट करती हो जैसे पता नहीं कौन से गांव से उठ के आ गई हो, मुझे नहीं लगता तुमने मुंबई में काम किया है। उस दिन मैंने पैनिक अटैक आया, क्यों आया मैंने नहीं पता, मैं बेहोश होई हाँ सैट ते। यूनिट वाले मैंने हॉस्पिटल लैके गए, मेरे हसबैंड ਨੂੰ ਉੱਥੇ ਬੁਲਾਇਆ ਗਿਆ। 17 ਤਾਰੀਖ ਨੂੰ ਮੈਂ ਜਦ ਆਈ ਹਾਂ ਸ਼ਾਮ ਨੂੰ, ਸ਼ੂਟ ਆਪਾਂ ਕਰ ਰਹੇ ਹਾਂ ਰਾਤ ਨੂੰ 12 ਸਾਢੇ 12, ਫਿਰ ਵੀ ਮੈਂ ਬਿਮਾਰੀ ਦੀ ਹਾਲਤ 'ਚ शूट करन आई हाँ। मेरी तबीयत ठीक नहीं सी, मैं फिर भी क्या कि नहीं चैनल च प्रोमो शूट है, मैं जाना है, वैसाखी का शूट करना सी उन्होंने, मैं फिर भी चैनल शूट करके आई हाँ। 16 तरीक की रात ਨੂੰ ਅਸੀਂ मतलब अर्ली मॉर्निंग ਆਪਾਂ हॉस्पिटल तो आए हाँ। 17 ਨੂੰ फिर भी मैं शूट किया कि नहीं इन्हों का ऑन एयर होने वाला है शो, मैं छुट्टी नहीं लै सकती, मैनू पता है। मैं फिर भी दवाई खाई, इंजैक्शन लगा होया सीगा, मैं नशे 'ਚ सीगी, शूट करके आई हाँ। 17 तरीक की रात ਨੂੰ सूरज शर्मा ने ड्रिंक की हुई है सैट ते, मेरे कोल आके मैनू कह रहा कि मैनू किस दे दे। एक ने होर लाइन बोली है जो कि मैं पब्लिकली वो लाइन नहीं बोल सकती, वो मैं कोर्ट च जी मैं एप्लीकेशन लगाई उस मैं लाइन रिटन च लिखी है कि इन्हें मैनू की लाइन बोली है, मैं अपनी जुबान नाल वो लाइन नहीं बोल सकती। मैं भी परिवार वाली हाँ, मेरी 18 ईयर्स की डॉटर है, मेरा भी पूरा परिवार है, इन्ने शब्द मैं अपनी जुबान पर नहीं लिया सकती। उस दिन फिर मैं बहुत ज़्यादा चिल्लाई हाँ सैट ते, मैं पूरा आपा खो चुकी सी अपना, मैनू नहीं पता मैं किहड़ी चीज़ सुट्टी है किहड़ी नहीं की, मैनू कुछ नहीं पता। डायरैक्टर मेरा बाँह फड़ के मैनू बाहर लै गई कि बाहर चल के बात कर। मैं कहा मैम मैं पुलिस को फ़ोन करूँगी, तू ऐसा कुछ नहीं करेगी। मैं कहा मैम नहीं, अब तो मैं बर्दाश्त कर ही नहीं सकती, मैं पुलिस को फ़ोन करांगी। 2 मिनट रुक, पुलिस को फ़ोन करेंगी तो तेनों तो रिप्लेस कर देंगे। मैं कहा मैम बाहर में जाए आपका शो, मैंने नहीं करना, मैं पुलिस को फ़ोन करूँगी। इन्नी देर ਨੂੰ ध्रुव ਜਿਹੜਾ ਸਾਡਾ ਕ੍ਰੀਏਟਿਵ ਡਾਇਰੈਕਟਰ ਹੈ ਰਾਸਨ ਨੂੰ फ़ोन कर चुका ਸੀਗਾ, स्पीकर ਤੇ ਉਹਨੇ सुनाया मैनू कि ज़्यादा उछलने की ज़रूरत नहीं है, चुपचाप काम पे ध्यान दो, नहीं तो शो से किक आउट हो तुम। मैंने कहा सर ठीक है, किक आउट है तो किक आउट ही सही, लेकिन अब इस बंदे को भुगतना पड़ेगा। मैं बहुत दिनों से आपको कह रही थी कि सर मैं प्रॉब्लम में हूँ, आप इसी दिन का वेट कर रहे थे। जब मतलब कि तुसी पहले ही किसी बंदे जो तुहानू को तुहाडा वर्कर कुछ परेशानी च है, तुसी फ़ोन करके उन्होंने पुछो तो सही कि की प्रॉब्लम है। 12 साढ़े 12 बजे एक फीमेल तुहाडे सैट ते चिल्ला रही है, जो कुछ तोड़पन कर रही है तो कुछ रीज़न होएगा। तोड़पन तो खैर मैं की करनी सी, उस बंदे मैं किचन का शॉट सीगा, एक चिमटा जा सीगा, वही चक के मैं मारिया, क्योंकि मैं ये तो हाथ चक नहीं सकती सी, ड्रिंक की हुई सी, अगों मैनू ही हाथ पा लैंदा तो मेरी की इज्जत रह जाती उत्थे। हाँ खुशी हो, तुसी पिछले दिनी सोशल मीडिया ते बहुत सारिया पोस्टां भी शेयर कीतियां ते प्रशासन कोले भी तुसी गए हो, ते की लगदा भी तुहानू कोई तुसी मीडिया च भी गए हो ते कोई इंसाफ मिलिया तुहानू प्रशासन वालों, की भरोसा दवाया गया? देखो कानून तुहानू पता ही हुण स्टैप बाय स्टैप जिस तरह उन्होंने चीज़ां मिलदियां जाणगियां, वो इंक्वायरी कर रहे हैं, हाले तक वो किसी रिजल्ट ते चीज़ पहुंची नहीं। FIR हो गई है सिर्फ सूरज शर्मा के खिलाफ, हालांकि मैं सैटिस्फाइड नहीं हाँ। 354A मैनू ये चीज़ का पहला नहीं सी पता, हौली हौली मैनू भी पता चल रहा है, मैं भी कुछ पढ़ रही हाँ इन्हां चीज़ों बारे। लगनी तो धारा चाहिए सी 354, आई डोंट नो इन्होंने 354A क्यों लगाई है, चलो कानून की ज़्यादा जानकारी तो इन्हों ही है, मैनू नहीं है। बट मैनू एक सब तो बड़ा ऑब्जैक्शन है कि जब मैं 4 जनिया के नाम लिखाए है तो कंप्लेंट सिर्फ एक जने के खिलाफ क्यों हुई। उस मौजूदा SHO साहब कह रहे थे कि असी सिर्फ सूरज शर्मा के खिलाफ ही कंप्लेंट करांगे, बाकियों के खिलाफ कोई कंप्लेंट की करिए। आई डोंट नो क्यों पल्ला झाड़ रहे थे उस समय, की प्रॉब्लम सी मैनू नहीं पता, लेकिन हुण मैं कोर्ट च जावांगी इस चीज़ नूं लैके जी। और खुशी परिवार विच की माहौल है, कौन कौन है तुहाडे परिवार च, पहलां ये दसो, ते हुण की माहौल है तुहाडे परिवार दा? काफ़ी डिप्रैस लग रहा सारा घर परिवार। देखो मेरे परिवार मेरे हस्बैंड ने, डायरैक्टर ने, मेरी डॉटर है 18 ईयर्स की मेरी डॉटर है, +2 च पढ़ती है। मेरी बेटी ने मैनू एक लाइन बोली है कि मम्मा प्राउड ऑफ यू। मैंने आपसे अभी तक यही चीज़ सीखी है और आज मैंने देख भी लिया कि मम्मा पीछे मत हटना नहीं, आप पीछे। मेरे माँ मेरे भरा सब मेरे नाल है, मेरा छोटा ब्रदर दुबई रहता है, वो भी यही कह रहा कि दीदी पीछे नहीं हटना, तुसी सच्चे हो, जिथे तक तुहाडी हिम्मत हैगी है लड़ो, असी सब तुहाडे नाल हां। देखो मेरे जवान भरा ने, उन्होंने भी, मैं 12 साल तो इंडस्ट्री काम कर रही हाँ, इज्जत वाली मेरी फैमिली सारे इन्नी इज्जत करते हैं। मैनू अपने भरावां दा डर है, दुबई बैठा मैनू इत्थे डर है, मेरे अपने परिवार च मेरी इज्जत है, मैं अपने परिवार की इज्जत करती हाँ। मैं कभी भी इदां दा कोई कदम नहीं चुकांगी कि मेरे परिवार वाले नूं शर्मिंदा होना पवे। सानू खुशी असी अपने सूत्रों तो भी पता किया सी सैट ते तुहाडे वल्लों काफ़ी उत्थे हंगामा भी होया तुहाडे सैट ते, इस चीज़ की कई गुप्त बंदियां ने सानू जानी कि आउट ऑफ द कैमरा कह लो सानू दस्सिया
ਕੀ ਇਹੋ ਜਿਹੇ ਕਾਰਨ ਬਣ ਗਏ ਸੀ ਜਿੱਥੇ ਖੁਸ਼ੀ ਨੂੰ ਇੰਨਾ ਜ਼ਿਆਦਾ ਹਾਈਪਰ ਹੋਣਾ ਪੈ ਗਿਆ ਜਾਂ ਕਿਸੇ ਨੂੰ ਗਾਲੀ ਗਲੋਚ ਕਰਨੀ ਪੈ ਗਈ? ਦੇਖੋ ਇੰਨੇ ਟਾਈਮ ਤੋਂ ਅਸੀਂ ਕੰਮ ਕਰ ਰਹੇ ਹਾਂ, ਮੇਰੀ ਟੀਮ, ਸਾਡੀ ਟੀਮ ਬਹੁਤ ਅੱਛਾ ਸੀ। ਮੇਕਅਪ ਡਿਪਾਰਟਮੈਂਟ, ਹੈਅਰ ਡਿਪਾਰਟਮੈਂਟ, ਕਾਸਟਿਊਮ, ਸੈਟਿੰਗ, ਸਭ ਦੇ ਨਾਲ ਇੱਕ ਬੜਾ ਹੈਲਦੀ ਐਟਮੋਸਫੇਅਰ ਸੀਗਾ। ਤੁਸੀਂ ਇਹ ਦੇਖ ਲਓ, ਜਿਸ ਦਿਨ ਮੈਂ ਸੈੱਟ ਤੋਂ ਆਈ ਹਾਂ, ਮੇਰਾ ਕੁਝ ਸਮਾਨ ਸੀਗਾ ਔਰ ਅਸੀਂ ਜਦੋਂ ਮੈਂ ਜਿਹੜੇ ਇਨਵੈਸਟੀਗੇਸ਼ਨ ਆਫੀਸਰ ਸੀਗੇ ਉਹਨਾਂ ਦੇ ਨਾਲ ਮੈਂ ਗਈ ਹਾਂ, ਉਹ ਮਾਰਕਿੰਗ ਕਰਨ ਜਾਂਦੇ ਆ ਸ਼ਾਇਦ FIR 'ਤੇ, ਉਦੋਂ ਇੱਕ ਸਪੌਟ ਵਾਲੇ ਦੀ ਅੱਖਾਂ 'ਚ ਆਂਸੂ, ਮੈਨੂੰ ਸਾਮਾਨ ਦੇ ਰਿਹਾ ਔਰ ਮੈਂ ਉਹਨਾਂ ਨੂੰ ਹੱਥ ਮਿਲਾਇਆ ਔਰ ਕਹਤੇ ਮੈਡਮ ਜੋ हुआ है गलत हुआ है। ਉਹਦੀਆਂ ਅੱਖਾਂ 'ਚ ਆਂਸੂ, ਮੈਨੂੰ ਲੱਗਦਾ ਉਹ ਮੇਰੀ ਜਿੱਤ ਹੈ। ਯੂਨਿਟ ਮੇਰਾ ਸਾਰਾ ਮੇਰੇ ਨਾਲ ਸੀ। ਹੁਣ ਦੇਖੋ ਸਭ ਦੀ ਆਪਣੀ ਆਪਣੀ ਨੌਕਰੀ ਹੈ, ਮੈਨੂੰ ਪਤਾ ਕੋਈ ਸਾਹਮਣੇ ਆ ਕੇ ਨਹੀਂ ਕਹੇਗਾ, ਲੇਕਿਨ ਪਿੱਠ ਪਿੱਛੇ ਸਭ ਕਹਿੰਦੇ ਸੀ ਕਿ ਮੈਡਮ ਇਹ ਬੰਦਾ ਬਹੁਤ ਪਰੇਸ਼ਾਨ ਕਰਦਾ ਹੈ ਤੁਹਾਨੂੰ। ਮੈਨੂੰ ਬਿਲਕੁਲ ਕੋਈ ਕਹਿੰਦਾ ਯਾਰ ਬਿਲਕੁਲ ਪਸੰਦ ਨਹੀਂ ਇਹਦੀ ਛਿਛੋਰੀ ਹਰਕਤਾਂ, ਕੋਈ ਪਸੰਦ ਨਹੀਂ ਸੀ ਕਰਦਾ। ਤੁਸੀਂ ਕਿਸੇ ਬੰਦੇ ਨੂੰ ਇੰਨਾ ਕੁ ਤੁਸੀਂ ਪਰੇਸ਼ਾਨ ਕਰ ਦੋਗੇ। ਦੇਖੋ ਮੇਰਾ ਸਬਰ ਦੇਖੋ, ਮੈਂ 4 ਮਹੀਨੇ ਤੋਂ ਫ੍ਰੀ ਬੈਠੀ ਹਾਂ, ਮੈਂ ਪੇਸ਼ੈਂਸ ਨਾਲ ਬੈਠੀ ਹਾਂ। ਮੈਂ ਉਦੋਂ ਕਿਉਂ ਨਹੀਂ ਚਿੱਲਾਈ? ਜਦੋਂ ਤੁਸੀਂ ਕਿਸੇ ਔਰਤ ਨੂੰ ਜਾਂ ਮਰਦ ਨੂੰ ਇੰਨਾ ਤਾ ਦੋਗੇ ਕਿ ਉਹ ਬਲਾਸਟ ਹੋ ਜਾਏ, ਉਹ ਇੰਨੀ ਸਿਚੁਏਸ਼ਨ ਹੌਲੀ ਹੌਲੀ ਇੱਥੇ ਤੱਕ ਆਈ ਤਾਂ ਮੈਂ ਬਲਾਸਟ ਹੋਈ। ਮੈਨੂੰ ਦੇਖੋ, ਜਿੰਨਾ ਇੱਕ ਬੀਇੰਗ ਅ ਐਕਟਰ, ਬੀਇੰਗ ਅ ਫੀਮੇਲ, ਇੱਕ ਵਰਕਰ, ਮੈਨੂੰ ਵੀ ਪਤਾ ਹੈ ਕਿ ਯਾਰ ਇੱਥੇ ਪੈਸਾ ਲੱਗਿਆ, ਪ੍ਰੋਡਿਊਸਰਸ ਦਾ ਕੰਮ ਕਰਨਾ, ਥੋੜ੍ਹੀਆਂ ਬਹੁਤੀਆਂ ਗੱਲਾਂ ਹੁੰਦੀਆਂ। ਮੈਂ ਉਹਦੀ ਪ੍ਰੋਬਲਮ ਮੈਂ ਡਿਸਕਸ ਕੀਤੀ ਆਪਣੀ ਟੀਮ ਦੇ ਡਾਇਰੈਕਟਰ ਨਾਲ, ਕੋਈ ਰਿਸਪੌਂਸ ਨਹੀਂ। ਪ੍ਰੋਡਿਊਸਰਸ ਨੂੰ ਦੱਸਿਆ, ਕੋਈ ਰਿਸਪੌਂਸ ਨਹੀਂ। ਉਹ ਬੰਦਾ ਆਪਣੀ ਹੱਦ ਵਧੀ ਜਾ ਰਿਹਾ। ਫਿਰ ਮੈਂ ਤਾਂ ਬਲਾਸਟ ਹੋਣਾ ਹੀ ਸੀਗਾ। ਪੁਲਿਸ ਕੋਲ ਜਾਣ ਤੋਂ ਪਹਿਲਾਂ ਤੁਹਾਨੂੰ, ਮੈਨੂੰ ਪਤਾ ਲੱਗਾ ਤੁਸੀਂ ਡਾਇਰੈਕਟਰ ਨਾਲ ਵੀ ਗੱਲ ਕੀਤੀ, ਆਪਣੇ ਪ੍ਰੋਡਿਊਸਰ ਨਾਲ ਵੀ ਗੱਲ ਕੀਤੀ ਅਤੇ ਪ੍ਰੋਡਕਸ਼ਨ ਨਾਲ ਵੀ ਗੱਲ ਕੀਤੀ ਆ, ਜੋ ਆਫ ਦਾ ਰਿਕਾਰਡ ਸਾਨੂੰ ਪਤਾ ਲੱਗਾ। ਮੈਂ ਖੁਦ ਆਪਣੇ ਤੌਰ 'ਤੇ ਇਨਵੈਸਟੀਗੇਸ਼ਨ ਕਰਕੇ ਆਇਆ ਅੱਧੀ, ਠੀਕ ਹੈ। ਅਤੇ ਮੈਨੂੰ ਪਤਾ ਲੱਗਾ ਵੀ ਤੁਹਾਡੀ ਉੱਥੋਂ ਜਿਹੜੀ ਟੀਮ ਸੀ ਉਹਨਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ। ਕੋਈ ਗਿਲਾ ਸ਼ਿਕਵਾ ਹੈ ਟੀਮ ਨਾਲ? ਨਹੀਂ, ਬਿਲਕੁਲ ਨਹੀਂ। ਟੀਮ ਨਾਲ ਮੇਰਾ ਕੋਈ ਗਿਲਾ ਸ਼ਿਕਵਾ ਨਹੀਂ ਹੈ। ਪਰ ਉਹਨਾਂ ਨੂੰ ਸਾਥ ਤਾਂ ਦੇਣਾ ਚਾਹੀਦਾ ਸੀ ਨਾ। ਇੱਕ ਕੁੜੀ ਨਾਲ ਰਾਤ ਦੇ 12 ਵਜੇ ਉੱਥੇ ਕੁਝ ਗਲਤ ਹੋ ਰਿਹਾ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਸੀ। ਤੁਸੀਂ ਉਹਨਾਂ ਨੂੰ ਪਹਿਲਾਂ ਕੰਪਲੇਂਟ ਨਹੀਂ ਕੀਤੀ ਕੋਈ? ਜੀ, ਪ੍ਰਣਵ ਪ੍ਰੋਡਕਸ਼ਨ ਹੈਡ, ਧਰੁਵ ਸਾਡਾ ਕ੍ਰੀਏਟਿਵ ਡਾਇਰੈਕਟਰ, ਮੈਂ ਜਦੋਂ ਪ੍ਰੋਬਲਮ ਹੋਈ, ਮੈਂ ਇਹਨਾਂ ਤਿੰਨਾਂ ਨੂੰ, ਈਵਨ ਡਾਇਰੈਕਟਰ ਨੂੰ, ਇਹ ਦੋਨੋਂ सीढ़ियाँ 'ਚ बैठे हुए ਸੀਗੇ, मैं उन्होंने कहा कि प्रणव भाई ये बात हुई है, अब इसको छोड़ूंगी नहीं मैं। लेकिन उन्होंने मुँह 'चों एक शब्द नहीं। देखो 4 ਕਾਗਜ਼ ਦੇ ਟੁਕੜੇ ਨੇ, ਇਹਨਾਂ ਦੇ ਮੂੰਹ ਬੰਦ ਕੀਤੇ ਹੋਏ। ਇਹਨਾਂ ਨੂੰ ਲੱਗਦਾ ਸ਼ਾਇਦ ਇਟਰਨਲ ਫਲੇਮ ਇਹਨਾਂ ਨੂੰ ਜ਼ਿੰਦਗੀ ਭਰ ਦੀ ਰੋਜ਼ੀ ਰੋਟੀ ਦੇਗਾ। ਇਹ ਇਹਨਾਂ ਦੀ ਗਲਤਫਹਿਮੀ ਹੈ। ਇਹ ਗਲਤਫਹਿਮੀ ਮੈਂ ਵੀ ਪਾਲ ਸਕਦੀ ਸੀ ਯਾਰ, ਮੈਂ ਲੀਡ ਕਰ ਰਹੀ ਹਾਂ, ਮੈਂ ਕਿਉਂ ਛੱਡਾਂ ਸ਼ੋਅ, ਛੱਡ ਪਰੇ, ਬਾਅਦ 'ਚ ਦੇਖ ਲਾਂਗੇ, ਚੁੱਪ ਕਰਕੇ ਕੰਮ ਕਰੋ। ਮੈਂ ਕਿਉਂ ਆਪਣਾ ਮੂਡ ਖਰਾਬ ਕਰਾਂ, ਮਾਹੌਲ ਖਰਾਬ ਕਰਾਂ? ਲੇਕਿਨ ਮੇਰੀ ਅੰਤਰ-ਆਤਮਾ ਨਾ ਮੈਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇ ਰਹੀ ਸੀਗੀ ਕਿ ਮੈਂ ਇਹ ਗਲਤ ਬਰਦਾਸ਼ਤ ਕਰਾਂ। ਉਹਨਾਂ ਨੂੰ ਲਾਲਚ ਹੋਏਗਾ ਸ਼ਾਇਦ ਇਟਰਨਲ ਫਲੇਮ ਜ਼ਿੰਦਗੀ ਭਰ ਦੇਗਾ ਰੋਟੀ, ਮੈਨੂੰ ਇਸ ਚੀਜ਼ ਦਾ ਲਾਲਚ ਨਹੀਂ ਸੀਗਾ, ਤਾਂ ਮੈਂ ਆਵਾਜ਼ ਉਠਾਈ। ਕੀ ਲੱਗਦਾ ਇਕੱਲੇ ਖੁਸ਼ੀ ਤੁਹਾਡੇ ਨਾਲ ਹੀ ਹੋਇਆ ਜਾਂ ਪੰਜਾਬ ਦੀਆਂ ਹੋਰ ਵੀ ਭੋਲੀਆਂ ਭਾਲੀਆਂ ਕੁੜੀਆਂ ਨਾਲ ਇਹ ਸਭ ਕੁਝ ਹੁੰਦਾ ਹੋਣਾ? ਮੀਟੂ ਦੇ ਸ਼ਿਕਾਰ ਬਹੁਤ ਸਾਰੀਆਂ ਕੁੜੀਆਂ ਪਿਛਲੇ ਦਿਨੇ ਸਾਹਮਣੇ ਆਈਆਂ ਅਤੇ ਤੁਸੀਂ ਪਤਾ ਲੱਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇਹਨਾਂ ਕੁੜੀਆਂ ਲਈ ਆਵਾਜ਼ ਚੱਕੋਗੇ ਕੁਛ? ਜੇ ਤੁਹਾਡੇ ਨਾਲ ਅੱਜ ਹੋਇਆ, ਮੈਨੂੰ ਲੱਗਦਾ ਵੀ ਤੁਹਾਡੇ ਤੋਂ ਵਧੀਆ ਕੋਈ ਨਹੀਂ ਸਮਝ ਸਕੇਗਾ ਉਹਨਾਂ ਕੁੜੀਆਂ ਦੀ ਪ੍ਰੋਬਲਮ, ਹੈ ਨਾ। ਅਤੇ ਤੁਸੀਂ ਅੱਗੇ ਕੁਛ ਆਵਾਜ਼ ਚੱਕਣ ਦਾ ਸੋਚਿਆ ਉਹਨਾਂ ਕੁੜੀਆਂ ਲਈ? ਬਿਲਕੁਲ। ਮੈਂ ਤਾਂ ਸਭ ਨੂੰ ਓਪਨਲੀ, ਮੈਂ ਸਭ ਨੂੰ ਸੱਦਾ ਦਿੰਦੀ ਹਾਂ। ਜਿਸ ਵੀ ਕਿਸੇ ਲੜਕੀ ਨਾਲ, ਈਵਨ ਲੜਕੇ ਨਾਲ ਵੀ ਕੁਝ ਗਲਤ ਹੋ ਰਿਹਾ, ਜ਼ਰੂਰੀ ਨਹੀਂ ਕਿ ਲੜਕੀਆਂ ਨਾਲ ਹੀ ਧੱਕਾ ਹੁੰਦਾ, ਮੁੰਡੇ ਵੀ ਸ਼ਿਕਾਰ ਹੁੰਦੇ ਨੇ ਪ੍ਰੋਬਲਮ ਦੇ। ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਪਲੀਜ਼ ਅੰਡਰ ਪ੍ਰੈਸ਼ਰ ਕੰਮ ਨਾ ਕਰੋ। ਇਹ ਮਗਰਮੱਛ ਨੇ, ਤੁਹਾਨੂੰ ਖਾ ਜਾਣਗੇ, ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਲੇਕਿਨ ਆਪਣੀ ਜ਼ਿੰਦਗੀ ਸਾਨੂੰ ਇੱਕ ਵਾਰ ਮਿਲੀ ਹੈ, ਇਹਦਾ ਸਦਉਪਯੋਗ ਕਰੋ। ਗਲਤ ਲਈ ਹਮੇਸ਼ਾ ਖੜੇ ਰਹੋ, ਡਟ ਕੇ ਮੁਕਾਬਲਾ ਕਰੋ। ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਅੱਜ ਮੈਂ ਇਕੱਲੀ ਖੜੀ ਹਾਂ, ਲੇਕਿਨ ਸੱਚ ਤੋਂ ਵੱਡਾ ਤੁਹਾਡਾ ਕੋਈ ਦੋਸਤ ਨਹੀਂ ਹੁੰਦਾ, ਸੱਚ ਤੋਂ ਵੱਡਾ ਕੋਈ ਸਾਥੀ ਨਹੀਂ ਹੈ। ਪਲੀਜ਼ ਆਵਾਜ਼ ਉਠਾਓ। ਤੁਹਾਨੂੰ ਚਾਹੇ ਕੋਈ ਪ੍ਰੋਡਕਸ਼ਨ ਵਾਲਾ ਕੁਝ ਕਹਿੰਦਾ ਹੈ, ਕੋਈ ਡਾਇਰੈਕਟਰ ਕਹਿੰਦਾ ਹੈ, ਪ੍ਰੋਡਿਊਸਰ ਕਹਿੰਦਾ ਹੈ, ਤੁਸੀਂ ਸੱਚੇ ਹੋ, ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ ਜਿੱਤਣ ਤੋਂ। ਪਲੀਜ਼ ਆਵਾਜ਼ ਉਠਾਓ, ਚਾਹੇ ਕੋਈ ਵੀ ਗਲਤ ਹੈ, ਪਲੀਜ਼। ਖੁਸ਼ੀ, ਅੱਜ ਤੁਸੀਂ ਪੁਲਿਸ ਕੋਲ ਕੰਪਲੇਂਟ ਵੀ ਕੀਤੀ ਹੈ ਅਤੇ ਪਤਾ ਲੱਗਾ FIR ਵੀ ਹੋ ਗਈ ਹੈ ਪਿਛਲੇ ਦਿਨਾਂ 'ਚ। ਸੰਤੁਸ਼ਟ ਹੋ ਪੁਲਿਸ ਦੀ ਕਾਰਵਾਈ ਤੋਂ, ਪ੍ਰਸ਼ਾਸਨ ਦੀ ਕਾਰਵਾਈ ਤੋਂ? ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਉਸ ਸਮੇਂ 24 ਤਰੀਕ ਨੂੰ ਜਦੋਂ FIR ਹੋਈ ਹੈ, ਉਸ ਸਮੇਂ ਮੌਜੂਦਾ ਜਿਹੜੇ SHO ਸਾਹਿਬ ਸੀਗੇ, ਮੇਰੀ 2 ਪੇਜਾਂ ਦੀ ਸੀਗੀ ਕੰਪਲੇਂਟ, ਉਹਨਾਂ ਨੇ 1 ਪੇਜ ਵਿੱਚ ਅਟੈਚ ਹੀ ਨਹੀਂ ਕੀਤਾ ਹੋਇਆ। ਓਕੇ। ਜਿਹਦੇ 'ਚ ਮੈਂ ਬਾਕੀ ਤਿੰਨਾਂ ਦਾ ਨਾਮ ਲਿਖਾਇਆ ਸੀਗਾ। ਹੁਣ ਮੈਂ ਨਵੇਂ ਸਿਰੇ ਤੋਂ ਇਹ ਕੰਪਲੇਂਟ ਮੈਂ ਕੋਰਟ 'ਚ ਜਾਵਾਂਗੀ ਕਿ ਇਸ ਨੂੰ ਐਡ ਕੀਤਾ ਜਾਵੇ। ਮੈਨੂੰ ਨਹੀਂ ਪਤਾ, ਦੇਖੋ ਮੈਨੂੰ ਕਾਨੂੰਨ ਦਾ ਕੋਈ ਨੌਲੇਜ ਨਹੀਂ ਹੈ, ਕੁਝ ਨਹੀਂ ਪਤਾ। ਮੈਨੂੰ ਇੰਨਾ ਪਤਾ ਮੈਂ ਸੱਚ ਬੋਲ ਰਹੀ ਹਾਂ, ਜੋ ਬੋਲ ਰਹੀ ਹਾਂ ਮੈਂ, ਇਹਦੇ ਜੋ ਮੈਂ ਬੋਲਿਆ ਵੀ ਇਹਦੇ ਰਿਜ਼ਲਟ ਕੀ ਹੋਣਗੇ ਆਉਣ ਵਾਲੇ ਟਾਈਮ 'ਚ, ਆਈ ਡੋਂਟ ਨੋ, ਬਟ ਮੈਂ ਸੱਚ ਬੋਲਿਆ। ਜਦੋਂ ਮੈਂ ਫਾਈਲ ਦੇਖਿਆ ਤਾਂ ਮੈਂ ਉਸ 'ਚ ਦੇਖਿਆ ਕਿ ਉਹਨਾਂ ਨੇ ਉਹ ਪਰਚਾ ਹੀ ਨਹੀਂ ਲਗਾਇਆ। ਸੋ ਹੁਣ ਮੈਂ ਤਾਂ ਇਹੀ ਅਪੀਲ ਕਰਾਂਗੀ ਕਿ ਉਹ ਜਿਹੜੀ ਮੇਰੀ ਅਧੂਰੀ ਐਪਲੀਕੇਸ਼ਨ ਹੈ, ਉਸ ਨੂੰ ਵੀ ਪੜ੍ਹਿਆ ਜਾਵੇ ਅਤੇ
ਤੇ ਉਹਨਾਂ ਤਿੰਨਾਂ ਦੋਸ਼ੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ। ਮੇਰੀ ਡਾਇਰੈਕਟਰ ਸੁਕਰੂਤੀ ਦਾਸ, ਪ੍ਰੋਡਿਊਸਰ ਰਾਜ ਸ਼ੈट्टी ਔਰ ਦਾਮਨੀ ਸ਼ੈट्टी ਦੇ ਖਿਲਾਫ, ਜਿਨ੍ਹਾਂ ਨੇ ਸਭ ਕੁਝ ਆਪਣੀ ਮਤਲਬ ਕੰਨਾਂ ਨਾਲ ਸੁਣਿਆ, ਅੱਖਾਂ ਨਾਲ ਤਾਂ ਨਹੀਂ ਦੇਖਿਆ, ਉਹਨਾਂ ਤੱਕ ਸਭ ਇਨਫੋਰਮੇਸ਼ਨ ਗਈ ਹੈ ਲੇਕਿਨ ਉਹ ਅੱਖਾਂ ਬੰਦ ਕਰਕੇ ਬੈਠੇ ਹੋਏ ਹੈ। ਮਤਲਬ ਤੁਹਾਡੇ ਪਰਿਵਾਰ ਦੇ ਸਦੱਸਿਆ ਨਾਲ ਇੱਕ ਗਲਤ ਹਰਕਤ ਹੋ ਰਹੀ ਹੈ ਔਰ ਤੁਸੀਂ ਮੁੰਬਈ ਬੈਂਗਲੌਰ ਸ਼ੂਟ ਕਰ ਰਹੇ ਹੋ, ਤੁਹਾਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ। ਤੁਸੀਂ ਸੂਰਜ ਸ਼ਰਮਾ ਨੂੰ ਪਹਿਲਾਂ ਤੋਂ ਜਾਣਦੇ ਸੀ? ਕੋਈ ਪਹਿਲਾਂ ਉਹਨਾਂ ਨਾਲ ਸੈੱਟ 'ਤੇ ਕਿਤੇ ਕੰਮ ਕੀਤਾ ਜਾਂ ਕੋਈ ਪਰਿਵਾਰਕ ਦੁਸ਼ਮਣੀ, ਕੋਈ ਦੁਸ਼ਮਣੀ ਤਾਂ ਨਹੀਂ ਪਹਿਲਾਂ ਕੋਈ ਤੁਹਾਡੀ ਉਹਨਾਂ ਨਾਲ? ਨਹੀਂ ਬਿਲਕੁਲ ਵੀ। ਇਨਫੈਕਟ ਮੇਰੇ ਜਿਹੜੇ ਚੰਡੀਗੜ੍ਹ ਦੇ ਜਿੰਨੇ ਵੀ ਆਰਟਿਸਟ ਨੇ, ਜਿਹੜੇ ਵੱਡੇ ਵੱਡੇ ਥੀਏਟਰ ਦੇ ਬੰਦ ਨੇ ਲੋਕ ਨੇ, ਮਤਲਬ ਸਭ ਕਹਿ ਰਹੇ ਕਿ ਇਹ ਕੌਣ ਹੈ, ਇਹ ਵਨਡੇ ਟੂਡੇ ਐਕਟਰ ਹੈ, ਇਹ ਚੰਡੀਗੜ੍ਹ 'ਚ ਇਹਨੂੰ ਕੋਈ ਨਹੀਂ ਜਾਣਦਾ ਜ਼ਿਆਦਾ ਜੀ। ਮੈਂ ਇਸ ਬੰਦੇ ਦਾ ਨਾਮ ਹੀ ਪਹਿਲੀ ਵਾਰੀ ਸੁਣਿਆ, ਮੈਂ ਨਹੀਂ ਜਾਣਦੀ। ਦੇਖੋ ਵਨਡੇ ਟੂਡੇ ਐਕਟਰ ਵੀ ਅੱਛੇ ਹੁੰਦੇ, ਫਾਲੋਅਰਸ ਨਾਲ ਜਾਂ ਕੰਮ ਕਿੰਨਾ ਕੀਤਾ ਇਸ ਦੇ ਨਾਲ ਹੀ ਤੁਹਾਡਾ ਵਿਵਹਾਰ ਕਿਸ ਤਰ੍ਹਾਂ ਦਾ ਹੈ, ਤੁਸੀਂ ਇਨਸਾਨ ਕਿੱਦਾਂ ਦੇ ਹੋ, ਉਹਦੇ ਨਾਲ ਮੈਨੂੰ ਨਹੀਂ ਫਰਕ ਪੈਂਦਾ ਹੈ ਤੁਸੀਂ ਸਾਹਮਣੇ ਅਮਿਤਾਭ ਬੱਚਨ ਖੜੇ ਹੋ ਜਾਂ ਸੂਰਜ ਸ਼ਰਮਾ ਖੜਾ ਹੈ। ਮੇਰਾ ਕੋ ਐਕਟਰ ਹੈ, ਮੇਰੇ ਨਾਲ ਅੱਛੀ ਤਰ੍ਹਾਂ ਡੀਲਿੰਗ ਕਰ ਰਿਹਾ, ਮੇਰੇ ਲਈ ਉਹੀ ਰੱਬ ਹੈ। ਔਰ ਮੈਨੂੰ ਪਤਾ ਤੁਸੀਂ ਇੱਕ ਥੀਏਟਰ ਦੇ ਆਰਟਿਸਟ ਵੀ ਰਹੇ ਹੋ ਔਰ ਬੜਾ ਅੱਛਾ ਤੁਸੀਂ ਥੀਏਟਰ ਪਰਫਾਰਮ ਵੀ ਕੀਤਾ। ਔਰ ਮੈਂ ਇੱਕ ਚੀਜ਼ ਹੋਰ ਜਾਣਨਾ ਚਾਹਣਾ ਕਿ ਇਹ ਤੁਹਾਡੇ ਇਕੱਲਿਆਂ ਨਾਲ ਹੋਇਆ ਜਾਂ ਹੋਰ ਵੀ ਕੁੜੀਆਂ ਨਾਲ ਕਿਸ ਤਰੀਕੇ ਦਾ ਟੌਰਚਰ ਹੁੰਦਾ ਇਸ ਇੰਡਸਟਰੀ ਦੇ ਵਿੱਚ? ਤੁਸੀਂ ਇੰਡਸਟਰੀ ਨੂੰ ਬਹੁਤ ਚੰਗੀ ਤਰ੍ਹਾਂ ਨੇੜਿਓਂ ਦੇਖਿਆ, ਇਨਫੈਕਟ ਵਿੱਚ ਰਹੇ ਹੋ, ਕਿਸ ਤਰੀਕੇ ਦਾ ਪੰਜਾਬ ਦੀਆਂ ਸਪੈਸ਼ਲੀ ਕੁੜੀਆਂ ਨਾਲ ਕਿਸ ਤਰੀਕੇ ਦਾ ਇੱਥੇ ਟੌਰਚਰ ਹੁੰਦਾ? ਕੁਝ ਖੁੱਲ੍ਹ ਕੇ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਜੀ ਦੇਖੋ, ਜਿਸ ਤਰ੍ਹਾਂ ਮੁੰਬਈ ਹੈ ਨਾ, ਮੁੰਬਈ ਬਹੁਤ ਹੀ ਸੇਫ ਸਿਟੀ ਹੈ। ਅਸੀਂ ਰਾਤੀ 2-2 3-3 ਵਜੇ ਤੱਕ ਕੰਮ ਕਰਦੇ ਹਾਂ, ਘਰ ਜਾਂਦੇ ਹਾਂ, ਕਦੀ ਕੋਈ ਇਸ ਤਰ੍ਹਾਂ ਦੀ ਹਰਕਤ ਹੀ ਨਹੀਂ ਹੋਈ। ਮੁੰਬਈ 'ਚ ਇਹ ਲੋਕ ਡਰ ਕੇ ਕੰਮ ਕਰਦੇ ਆ, ਉਹਨਾਂ ਨੂੰ ਪਤਾ ਹੈ ਜੇ ਕੁੜੀ ਨੇ ਆਵਾਜ਼ ਉਠਾਈ ਨਾ ਤਾਂ ਇੱਕ ਪ੍ਰੋਡਕਸ਼ਨ ਵਾਲਾ ਹੀ ਹੈਂਡਲ ਕਰ ਲੇਗਾ, ਇੰਨੀ ਦੂਰ ਤੱਕ ਗੱਲ ਜਾਏਗੀ ਨਹੀਂ, ਪ੍ਰੋਡਿਊਸਰ ਤੱਕ ਤਾਂ ਗੱਲ ਜਾਣ ਦਾ ਮਤਲਬ ਹੀ ਨਹੀਂ ਹੈ। ਪਹਿਲੀ ਗੱਲ ਤਾਂ ਕਿਸੇ ਐਕਟਰ ਦੀ ਹਿੰਮਤ ਹੀ ਨਹੀਂ ਹੈ ਕਿ ਇੰਨੀ ਵੱਡੀ ਗੱਲ ਕਹਿ ਜਾਏ ਔਰ ਸਾਰਾ ਪ੍ਰੋਡਕਸ਼ਨ ਹਾਊਸ ਚੁੱਪੀ ਸਾਧ ਕੇ ਬੈਠਾ ਹੋਇਆ। ਦੂਸਰੀ ਗੱਲ, ਜਦੋਂ ਮੁੰਬਈ 'ਚ ਇੰਨੀ ਸਖਤੀ ਹੈ, ਮੁੰਬਈ ਬਹੁਤ ਖੁੱਲ੍ਹੇ ਦਿਲ ਵਾਲਾ ਸ਼ਹਿਰ ਹੈ, ਤੁਸੀਂ ਆਪਣੀ ਮਰਜ਼ੀ ਨਾਲ ਖਾਓ ਪੀਓ ਪਹਿਨੋ, ਕੋਈ ਤੁਹਾਨੂੰ ਕੁਝ ਨਹੀਂ ਕਹੇਗਾ। ਲੇਕਿਨ ਇਹ ਲੋਕ ਨਾ ਮੁੰਬਈ ਦਾ ਨਾਮ ਲੈ ਕੇ ਨਾ ਇੱਥੇ ਗਲਤ ਫਾਇਦਾ ਚੱਕਦੇ ਆ ਔਰ ਮੈਂ ਤਾਂ ਇਹ ਕਹਾਂਗੀ ਇੱਥੋਂ ਦੇ ਲੋਕਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਮੁੰਬਈ ਤੋਂ ਆਏ ਨੇ, ਦੇਖ ਕੇ ਪਾਗਲ ਹੀ ਹੋ ਜਾਂਦੇ ਨੇ ਕਈ ਲੋਕ, ਤਾਂ ਹੀ ਤਾਂ 800 ਪਰ ਡੇ 1200 ਪਰ ਡੇ 'ਚ ਕੰਮ ਕਰਦੇ ਨੇ। ਕੋਆਰਡੀਨੇਟਰਸ ਫਾਇਦਾ ਉਠਾਉਂਦੇ ਨੇ, 25% ਕਮਿਸ਼ਨ। ਮੈਂ ਇਹ ਕਹਿੰਦੀ ਹਾਂ, ਜਦ ਤੁਹਾਡੇ ਕੋਲ ਇੱਥੇ ਅੱਛੇ ਐਕਟਰ ਹੈ, ਤੁਸੀਂ ਮੁੰਬਈ ਤੋਂ ਕਿਉਂ ਬੁਲਾਓ? ਕਿਉਂ ਤੁਸੀਂ ਮੁੰਬਈ ਤੋਂ ਬੁਲਾ ਕੇ ਲੋਕਾਂ ਨੂੰ ਕੰਮ ਦੇ ਰਹੇ ਹੋ? ਤੁਹਾਡੇ ਪੰਜਾਬ 'ਚ ਐਕਟਰਸ ਦੀ ਘਾਟ ਹੈ, ਬੜੇ ਅੱਛੇ ਇੰਨੇ ਵਧੀਆ ਐਕਟਰ ਨੇ। ਪੰਜਾਬ ਤੋਂ ਵੱਧ ਕੇ ਕੌਣ ਸਮਝ ਸਕਦਾ ਹੈ? ਇੰਨੇ ਭੋਲੇ ਲੋਕ ਨੇ, ਲੇਕਿਨ ਇਹਨਾਂ ਨੇ ਪਾਗਲ ਬਣਾ ਦਿੱਤਾ ਹੈ। ਬਟ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਬਣ ਭੋਲੇ ਹੀ ਨੇ, ਉਹ ਪਾਗਲ ਨਹੀਂ ਹੈਗੇ। ਜਿਸ ਤਰ੍ਹਾਂ ਕਿਸਾਨਾਂ ਨੇ ਦੇਖੋ ਐਡੀ ਵੱਡੀ ਜਿੱਤ ਹਾਸਿਲ ਕੀਤੀ, ਪੰਜਾਬੀ ਸੀਗੇ ਨਾ ਉੱਥੇ ਬੈਠੇ, ਅੜ ਕੇ ਬੈਠੇ ਹੋਏ ਨੇ। ਮੈਂ ਵੀ ਇੱਦਾਂ ਹੀ ਅੜ ਕੇ ਬੈਠੀ ਹਾਂ ਜਿੰਨੀ ਦੇਰ ਤੱਕ ਮੈਨੂੰ ਇਨਸਾਫ ਨਹੀਂ ਮਿਲੇਗਾ। ਅੱਜ ਤੁਸੀਂ ਬਹੁਤ ਵੱਡੀ ਇੰਡਸਟਰੀ ਦੇ ਨਾਲ ਇਕੱਲੇ ਲੜਨ ਜਾ ਰਹੇ ਹੋ, ਕੀ ਲੱਗਦਾ ਅੱਗੇ ਕੀ ਭਵਿੱਖ ਹੋਏਗਾ ਅਤੇ ਕਿੱਦਾਂ ਦਾ ਆਪਦੇ ਆਪ ਨੂੰ ਹੁਣ ਕਿੱਥੇ ਖੜਾ ਦੇਖਦੇ ਹੋ? ਮੈਂ ਜਿਸ ਤਰ੍ਹਾਂ ਹੁਣੀ ਮੈਂ ਕਿਹਾ ਕਿ ਜਿਹੜਾ ਬੰਦਾ ਸੱਚਾ, ਮੈਨੂੰ ਦੇਖੋ ਕਰਮ ਕਰ ਰਹੀ ਹਾਂ ਮੈਂ, ਫਲ ਦੀ ਇੱਛਾ ਤਾਂ ਰੱਖ ਨਹੀਂ ਰਹੀ, ਮੈਂ ਆਪਣਾ ਕਰਮ ਕਰੀ ਜਾਵਾਂਗੀ। ਜੇ ਮੈਂ ਗਲਤ ਕਰਮ ਕਰ ਰਹੀ ਹਾਂ ਤਾਂ ਡੈਫੀਨੇਟਲੀ ਮੈਨੂੰ ਗਲਤ ਹੀ ਮਿਲੇਗਾ, ਲੇਕਿਨ ਮੇਰੀ ਅੰਤਰਾਤਮਾ ਨੂੰ ਪਤਾ ਹੈ ਕਿ ਮੈਂ ਸਹੀ ਕਰਮ ਕਰ ਰਹੀ ਹਾਂ। ਜੇ ਮੈਂ ਬੀਜ ਹੀ ਸਹੀ ਬੋ ਰਹੀ ਹਾਂ ਤਾਂ ਫਲ ਗਲਤ ਨਹੀਂ ਹੋ ਸਕਦਾ, ਮੈਨੂੰ ਜ਼ਰੂਰ ਇਨਸਾਫ ਮਿਲੇਗਾ 100%। ਆਵਾਜ਼ ਚੁੱਕਣਾ ਕਿਤੇ ਮਹਿੰਗਾ ਤਾਂ ਨਹੀਂ ਪੈ ਜਾਏਗਾ? ਜਾਂ ਕੱਲ੍ਹ ਨੂੰ ਖੁਸ਼ੀ ਰਾਜਪੂਤ ਥੱਕ ਕੇ, ਸਾਡੇ ਕਾਨੂੰਨ ਦੀ ਪ੍ਰਕਿਰਿਆ ਬਹੁਤ ਲੰਬੀ ਹੈ ਅਤੇ ਬਹੁਤ ਹੀ ਟੌਰਚਰ ਵਾਲੀ ਪ੍ਰਕਿਰਿਆ, ਕਿਉਂਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਕੁਛ ਵੀ ਨਹੀਂ ਬਦਲਿਆ, ਉਸੇ ਤਰੀਕੇ ਨਾਲ ਧੱਕੇ ਖਾਣੇ ਪੈਂਦੇ ਆ ਬੇਸਿਕਲੀ ਆਪਣੇ ਲੜਾਈ ਲੜਨ ਦੇ। ਕਿਤੇ ਖੁਸ਼ੀ ਰਾਜਪੂਤ ਕੱਲ੍ਹ ਨੂੰ ਥੱਕ ਕੇ, ਹਾਰ ਕੇ ਅੰਦਰ ਵੜ ਕੇ ਬੈਠ ਤਾਂ ਨਹੀਂ ਜਾਏਗੀ? ਇਹ ਲੜਾਈ ਨੂੰ ਪੂਰਾ ਕਰੋਗੇ? ਕਿੱਥੋਂ ਤੱਕ ਲੜੋਗੇ? ਅਤੇ ਅੱਗੇ ਪਰਿਵਾਰਿਕ ਤੌਰ 'ਤੇ ਵੀ ਫਾਈਨੈਂਸ਼ੀਅਲੀ ਵੀ ਲਾਸ ਹੁੰਦਾ ਹੀ ਰਹੂਗਾ, ਕਿਉਂਕਿ ਜਦ ਤੱਕ ਤੁਸੀਂ ਇਹ ਲੜੋਗੇ ਤਾਂ ਬਹੁਤ ਵੱਡੇ ਸੱਪ ਨੇ ਜਿਨ੍ਹਾਂ ਦੇ ਮੂੰਹ 'ਚ ਤੁਸੀਂ ਹੱਥ ਦੇ ਚੁੱਕੇ ਹੋ। ਅਤੇ ਹੁਣ ਤੁਸੀਂ ਇਹੀ ਦੇਖਣਾ ਚਾਹੁੰਦੇ ਆ ਕਿ ਤੁਸੀਂ ਕਿੱਥੋਂ ਤੱਕ ਲੜੋਗੇ ਅਤੇ ਕੀ ਲੱਗਦਾ ਕਿਤੇ ਥੱਕ ਕੇ ਨਹੀਂ ਬਹਿ ਜਾਓਗੇ? ਨਹੀਂ ਵੀਰ ਜੀ, ਮੈਂ ਅੱਜ ਮੈਨੂੰ ਹੁਣ ਤੁਸੀਂ ਇਹ ਗੱਲ ਕਹੀ ਹੈ ਤਾਂ ਮੈਂ ਕਹਿਣਾ ਚਾਹਾਂਗੀ, ਮੈਂ 2008 ਔਰ 10 'ਚ ਮੈਂ ਮਾਸਟਰ ਕੀਤਾ ਥੀਏਟਰ ਤੋਂ। ਮੈਨੂੰ ਉਸ ਟਾਈਮ ਦੀ ਪੜ੍ਹਾਈ, ਮੇਰੇ ਟੀਚਰਸ ਦੇ ਦਿੱਤੇ ਲੈਕਚਰਸ ਮੈਨੂੰ ਹੁਣ ਥੋੜ੍ਹੇ ਦਿਨਾਂ ਤੋਂ ਬਹੁਤ ਯਾਦ ਆ ਰਹੇ ਨੇ। ਹਾਰਾਂਗੀ ਤਾਂ ਨਹੀਂ, ਮੈਂ ਦੇਖੋ ਮੈਂ ਲਿਖਦੀ ਵੀ ਹਾਂ, ਲਿਟਰੇਚਰ ਪੜ੍ਹਦੀ ਹਾਂ, ਲਿਖਦੀ ਵੀ ਹਾਂ ਕੁਝ। ਹੁਣ ਵੀ ਮੈਂ ਜਦੋਂ ਥੋੜ੍ਹਾ ਜਿਹਾ ਸਟ੍ਰੈਸ ਫੀਲ ਕਰਦੀ ਹਾਂ ਤਾਂ ਮੈਂ ਆਪਣੀ ਡਾਇਰੀ ਪੈਨ ਉਠਾ ਕੇ ਕੁਝ 2 ਲਾਈਨਾਂ ਲਿਖ ਲੈਂਦੀ ਹਾਂ, ਕੁਝ ਗਾ ਲੈਂਦੀ ਹਾਂ, ਕੁਝ ਸੁਣ ਲੈਂਦੀ ਹਾਂ। ਮੈਂ ਇਸ ਚੀਜ਼ ਨੂੰ, ਦਿਸ ਇਜ਼ ਪਾਰਟ ਆਫ ਲਾਈਫ। ਇਹ ਜੋ ਵੀ ਹਾਦਸਾ ਹੋ ਰਿਹਾ ਮੇਰੇ ਨਾਲ, ਦਿਸ ਇਜ਼ ਪਾਰਟ ਆਫ ਲਾਈਫ, ਦਿਸ ਇਜ਼ ਨੋਟ ਮਾਈ ਹੋਲ ਲਾਈਫ। ਸੋ ਇਹ ਤਾਂ ਨਾਲ ਸੁੱਖ ਦੁੱਖ ਚੱਲਦੇ ਹੀ ਰਹਿਣਗੇ, ਮੇਰਾ ਕੰਮ ਨਹੀਂ ਰੁਕੇਗਾ। ਮਿਹਨਤ ਕਰਦੀ ਹਾਂ ਮੈਂ। ਜੇ ਮੈਨੂੰ ਇਹ ਲੋਕ ਨਹੀਂ ਵੀ ਕੰਮ ਦੇਣਗੇ ਕੋਈ ਪ੍ਰੋਬਲਮ ਨਹੀਂ ਹੈ, ਮੇਰੇ ਕੋਲ ਕਿਤਾਬਾਂ ਨੇ,
मेरे को कापी है, मेरे को पेन है, मैं अपने थॉट्स अपने विचार लिखांगी। रोटी परमात्मा देगा, ये थोड़ी ना देने वाले ने। ਆਖਰ ਵਿੱਚ ਪੰਜਾਬ ਦੀ ਧੀ ਖੁਸ਼ੀ ਰਾਜਪੂਤ ਸਾਡੀ ਕੀ ਜਥੇਬੰਦੀਆਂ ਨੂੰ, ਧਾਰਮਿਕ ਜਥੇਬੰਦੀਆਂ ਨੇ, ਬਹੁਤ ਸਾਰੇ ਸੋਸ਼ਲ ਐਕਟਿਵਿਸਟ ਨੇ, ਕੀ ਸੁਨੇਹਾ ਦੇਣਾ ਚਾਹੋਗੇ ਤੇ ਕੀ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ? ਅਖੀਰ ਵਿੱਚ ਜੋ ਵੀ ਅਪੀਲ ਕਰਨੀ ਚਾਹੁੰਦੇ ਤੁਸੀਂ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਹੋ। मैं अपील करना चाहूँगी कि मैंने बहुत सारे मैसेजेस आ रहे हैं फेसबुक ते इंस्टा ते पर्सनल, जिन्हों को नंबर है कि असीं तुहाडे नाल हाँ। ਜਿਹੜੀ ਵੀ ਪਾਰਟੀਜ਼ ਹੈ, ਜੇ ਸੱਚਮੁੱਚ ਤੁਸੀਂ ਕਿਸੇ ਨੂੰ ਵੀ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਉਹ ਸਿਰਫ ਮੈਸੇजेस ਤੱਕ ਨਾ ਰੱਖੋ। ਤੁਹਾਡੇ ਕੋਲ ਸੋਸ਼ਲ ਮੀਡੀਆ ਐਡਾ ਵੱਡਾ ਪਲੇਟਫਾਰਮ ਹੈ, ਨੰਬਰ ਨਹੀਂ ਹੈਗਾ ਤਾਂ ਨੰਬਰ ਲਵੋ, ਆ ਕੇ ਮਿਲੋ, ਤਾਂ ਹੀ ਮੈਨੂੰ ਪਤਾ ਚੱਲੇਗਾ ਕਿ ਹਾਂ ਤੁਸੀਂ ਮੇਰੇ ਨਾਲ ਵਾਕਈ ਖੜੇ ਹੋ। ਮਤਲਬ ਇੱਕ ਇਸ ਤਰ੍ਹਾਂ ਕਹਿ ਦੇਣਾ ਕਿ ਆਈ ਸਪੋਰਟ ਯੂ, ਆਈ ਐਮ ਵਿਦ ਯੂ, ਇਹਦੇ ਕਹਿਣ ਨਾਲ ਵਿਦ ਯੂ ਨਹੀਂ ਹੋ ਜਾਂਦਾ। ਜਿੱਥੇ ਮੈਨੂੰ ਲੱਗਦਾ ਕਿ ਹਾਂ ਤੁਸੀਂ ਮੇਰੇ ਨਾਲ ਚੱਲ ਸਕਦੇ ਹੋ, ਪੁੱਛੋ, ਹਾਂ ਮੈਂ ਤੁਹਾਨੂੰ ਨਾਲ ਲੈ ਕੇ ਜਾਂਦੀ ਹਾਂ। ਮੈਂ ਇਕੱਲੀ ਹਾਂ, ਮੇਰੇ ਨਾਲ 4 ਜਣੇ ਹੋਣਗੇ, ਮੇਰੀ ਤਾਕਤ ਹੋਰ ਵੱਧ ਜਾਏਗੀ, ਮੇਰਾ ਹੌਸਲਾ ਹੋਰ ਜ਼ਿਆਦਾ ਵੱਧ ਜਾਏਗਾ। ਜਿਹੜੀ ਵੀ ਪਾਰਟੀ, ਮੈਂ ਦੇਖੋ ਇਹ ਕੋਈ ਪੋਲੀਟੀਕਲ ਮਸਲਾ ਤਾਂ ਹੈ ਨਹੀਂ ਹੈ, ਮੇਰੀ ਪਰਸਨਲ ਲੜਾਈ ਹੈ, ਮੈਂ ਇਹਨੂੰ ਪੋਲੀਟੀਕਲ ਬਣਾਉਣਾ ਚਾਹੁੰਦੀ ਵੀ ਨਹੀਂ ਹਾਂ। ਲੇਕਿਨ ਜਿਹੜੇ ਵੀ ਗਰੁੱਪਸ ਨੇ, ਚਾਹੇ ਮੇਰੇ ਥੀਏਟਰ ਦੇ ਨੇ ਜਾਂ ਜੋ ਵੀ ਹੈ, ਜੋ ਵੀ ਗਰੁੱਪਸ ਨੇ ਜਾਂ NGOs ਨੇ, ਜੋ ਵੀ ਮੇਰੀ ਮਦਦ ਕਰਨਾ ਚਾਹੁੰਦਾ ਹੈ, ਮੈਨੂੰ ਡਾਇਰੈਕਟ ਆ ਕੇ ਮਿਲੇ ਤਾਂ ਮੈਨੂੰ ਪਤਾ ਚੱਲੇ। ਤਾਂ ਮੇਰੇ ਕੋਲ ਹਜ਼ਾरों ਮੈਸੇजेस ਨੇ, ਉਹਨਾਂ ਮੈਸੇजेस ਦਾ ਮੈਂ ਕੀ ਕਰਾਂ? ਠੀਕ ਹੈ, ਮੈਨੂੰ ਉਸ ਨਾਲ ਹੌਸਲਾ ਮਿਲਦਾ ਪੜ੍ਹ ਕੇ, ਮੈਨੂੰ ਇੱਕ ਥੋੜੀ ਤਸੱਲੀ ਹੁੰਦੀ ਹੈ। ਲੇਕਿਨ ਕਾਨੂੰਨ ਸਿਰਫ ਤਸੱਲੀ ਨਾਲ ਨਹੀਂ ਚੱਲਦਾ, ਯੂਨਿਟੀ ਨਾਲ ਚੱਲਦਾ। ਮੇਰੇ ਨਾਲ ਖੜੇ ਹੋਵੋਗੇ ਤਾਂ ਮੈਨੂੰ ਲੱਗੇਗਾ ਕਿ ਮੈਨੂੰ ਜਲਦੀ ਇਨਸਾਫ ਮਿਲ ਜਾਏਗਾ। ਜਿਹੜੇ ਭੇੜੀਏ ਬੈਠੇ ਇਹਨਾਂ ਨੂੰ ਵੀ ਡਰ ਹੋਏਗਾ ਕਿ ਹਾਂ ਇਹ ਇਕੱਲੀ ਨਹੀਂ ਹੈਗੀ। ਇਕੱਲੀ ਲੜਾਈ ਲੜਾਂਗੀ, ਮੈਨੂੰ ਟਾਈਮ ਜ਼ਰੂਰ ਲੱਗੇਗਾ, ਤੁਸੀਂ ਸਾਰੇ ਮੇਰੇ ਨਾਲ ਹੋਵੋਗੇ, ਸ਼ਾਇਦ ਮੈਂ ਥੋੜੀ ਜਲਦੀ ਇਸ ਲੜਾਈ ਨੂੰ ਜਿੱਤ ਲਵਾਂ। ਥੈਂਕ ਯੂ। ਸੋ ਦਰਸ਼ਕੋ, ਤੁਸੀਂ ਸੁਣਿਆ ਇੱਕ ਭਾਵੁਕ ਹੋਈ ਪੰਜਾਬ ਦੀ ਧੀ। ਅਸੀਂ ਪੰਜਾਬੀ ਪੁਆਇੰਟ ਵੱਲੋਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਨੇ। ਅਸੀਂ ਕਹਿੰਦੇ ਹਾਂ ਕਿ ਤੁਸੀਂ ਇਹਨਾਂ ਲੋਕਾਂ ਦੇ ਖਿਲਾਫ ਆਵਾਜ਼ ਚੱਕੀ ਤੇ ਅਸੀਂ ਵੀ ਇਹਨਾਂ ਦੇ ਨਾਲ ਪ੍ਰੋਮਿਸ ਕਰਦੇ ਹਾਂ ਔਨ ਕੈਮਰਾ ਕਿ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਜਿੱਥੇ ਵੀ ਇਹ ਸਾਨੂੰ ਆਵਾਜ਼ ਮਾਰਨਗੇ ਅਸੀਂ ਇਹਨਾਂ ਦੇ ਨਾਲ, ਇਹਨਾਂ ਤੋਂ ਪਹਿਲਾਂ ਖੜੇ ਹੋਵਾਂਗੇ। ਤੇ ਤੁਹਾਨੂੰ ਵੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿੰਨਾ ਹੋ ਸਕਦਾ ਇਸ ਪੰਜਾਬ ਦੀ ਧੀ ਦਾ ਆਪਾਂ ਸਾਥ ਦਈਏ। ਤੇ ਜਥੇਬੰਦੀਆਂ ਨੂੰ ਵੀ ਇਹੀ ਅਪੀਲ ਆ, ਸਾਡੇ ਵੱਲੋਂ ਵੀ ਇਹ ਅਪੀਲ ਆ ਕਿ ਇਸ ਧੀ ਦਾ ਜ਼ਰੂਰ ਹਾਲ ਪੁੱਛਿਆ ਜਾਵੇ, ਕਿਉਂਕਿ ਇਸ ਧੀ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ। ਅਸੀਂ ਆਪਣੇ ਤੌਰ ਤੇ ਜੋ ਇਨਵੈਸਟੀਗੇਸ਼ਨ ਕੀਤੀ ਉਹ ਬਿਲਕੁਲ ਠੀਕ ਹੋਇਆ। ਜੋ ਵੀ ਹੋ ਰਿਹਾ ਮਤਲਬ ਇਹ ਬਿਲਕੁਲ ਆਪਣੇ ਤੌਰ ਤੇ ਸਹੀ ਨੇ ਤੇ ਇਹਨਾਂ ਨੂੰ, ਇਹਨਾਂ ਦੀ ਆਵਾਜ਼ ਚੱਕਣ ਤੇ ਅਸੀਂ ਇਹਨਾਂ ਨੂੰ ਹੁਣ ਵੀ ਫੇਰ ਇੱਕ ਵਾਰ ਸਲਾਮ ਪੇਸ਼ ਕਰਦੇ ਹਾਂ ਜੀ। ਸੋ ਜੁੜੇ ਰਹੋ ਪੰਜਾਬੀ ਪੁਆਇੰਟ ਵੈਬ TV ਦੇ ਨਾਲ। ਹੋਰ ਅਪਡੇਟ ਦੇ ਲਈ ਕਰ ਲਓ ਸਾਡਾ ਚੈਨਲ ਸਬਸਕ੍ਰਾਈਬ, ਪੰਜਾਬੀ ਪੁਆਇੰਟ ਵੈਬ TV। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।